हेलो एवरीवन। आज आप पढ़ेंगे इंग्लिश एनसीईआरटी क्लास 7 की एक होर न्यू पोएम मैडो सरप्राइजेस। सो दिस पोएम इज़ अबाउट नेचर। ਤੁਸੀਂ ਨੇਚਰ 'ਚ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ ਹੋਣਗੀਆਂ ਲਾਈਕ ਮਾਊਂਟੇਨਸ, ਵੈਲੀ, ਹਿਲਸ, ਪਲੇਨਸ। ਓਕੇ, ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ। ਸੋ ਸਾਡੀ ਪੋਇਮ ਦਾ ਨਾਮ ਕੀ ਆ? ਮੈਡੋ ਸਰਪ੍ਰਾਈਜ਼ਸ, ਜਿਹਨੂੰ ਲਿਖਿਆ ਹੈ ਲੂਇਸ ਬਰਾਂਟ ਫਿਲਿਪਸ ਨੇ। So let's start. Meadows have surprises. You can find them if you look. Walk softly through the velvet grass and listen by the brook. ਇਸ ਲਾਈਨਸ ਦੇ ਐਕਸਪਲੇਨੇਸ਼ਨ ਕਰਨ ਤੋਂ ਪਹਿਲਾਂ ਆਪਾਂ ਇਹਨਾਂ ਦੇ ਡਿਫਿਕਲਟ ਵਰਡਸ ਦੇ ਮੀਨਿੰਗ ਦੇਖ ਲੈਂਦੇ ਹਾਂ। ਮੈਡੋਜ਼ ਕੀ ਹੁੰਦਾ ਹੈ? ਇਹ ਪੀਸ ਆਫ ਲੈਂਡ ਕਵਰਡ ਵਿਦ ਗ੍ਰਾਸ। ਸੋ ਗ੍ਰਾਸ ਲੈਂਡ ਨੂੰ ਕਹਿੰਦੇ ਨੇ ਮੈਡੋਜ਼। ਸਰਪ੍ਰਾਈਜ਼ ਕੀ ਹੁੰਦਾ ਹੈ? ਸਮਥਿੰਗ ਅਨਐਕਸਪੈਕਟਡ, ਜਿਹੜੀ ਤੁਸੀਂ ਚੀਜ਼ ਐਕਸਪੈਕਟ ਨਹੀਂ ਕੀਤੀ ਹੁੰਦੀ ਅਤੇ ਅਚਾਨਕ ਤੁਹਾਡੇ ਨਾਲ ਹੋ ਜਾਂਦੀ ਹੈ, ਦੈਟ ਇਜ਼ ਕਾਲਡ ਸਰਪ੍ਰਾਈਜ਼। ਵੈਲਵਟ ਕੀ ਹੁੰਦਾ ਹੈ? ਵੈਰੀ ਸਮੂਥ ਫੈਬਰਿਕ। ਬਰੂਕ ਕੀ ਹੁੰਦਾ ਹੈ? ਅ ਬੋਡੀ ਆਫ ਰਨਿੰਗ ਵਾਟਰ ਸਮੋਲਰ ਦੈਨ ਅ ਰਿਵਰ। Here is a picture of crook and this is velvet grass. Okay, so let's do explanation. Meadows have surprises. Grassland ਜਿਹੜੀ ਕਿ nature ਦੁਆਰਾ provide ਕੀਤੀ ਜਾਂਦੀ ਹੈ, ਉਹਦੇ ਵਿੱਚ ਬਹੁਤ ਸਾਰੇ surprises ਹੁੰਦੇ ਨੇ। You can find them if you look. ਤੁਸੀਂ ਉਹਨਾਂ ਨੂੰ ਲੱਭ ਸਕਦੇ ਹੋ ਜੇਕਰ ਉਹਨਾਂ ਵੱਲ ਧਿਆਨ ਨਾਲ ਦੇਖੋ। Walk softly through the velvet grass. ਜਿਹੜੀ ਗਿੱਲੀ ਘਾਹ ਹੁੰਦੀ ਹੈ ਉਹਦੇ ਉੱਪਰ ਤੁਸੀਂ ਹਲਕੇ ਹਲਕੇ ਪੈਰਾਂ ਨਾਲ ਚੱਲੋ। ਐਂਡ ਲਿਸਨ ਬਾਏ ਦ ਕਰੂਕ। ਜਦੋਂ ਤੁਸੀਂ ਇੱਕ ਛੋਟੀ ਜਿਹੀ ਨਦੀ ਦੇ ਕੋਲ ਦੀ ਲੰਘਦੇ ਹੋ ਤਾਂ ਉਹਦੇ ਵਿੱਚ ਜਦੋਂ ਪਾਣੀ ਚੱਲਦਾ ਹੁੰਦਾ ਹੈ ਉਸ ਦੀ ਆਵਾਜ਼ ਨੂੰ ਸੁਣੋ, ਉਸ ਦੇ ਸੰਗੀਤ ਨੂੰ ਮਹਿਸੂਸ ਕਰੋ। ਯੂ ਮੇ ਸੀ ਅ ਬਟਰਫਲਾਈ ਰੈਸਟ ਅਪੋਨ ਅ ਬਟਰਕਪ ਐਂਡ ਅਨਫੋਲਡ ਇਜ਼ ਡਰਿੰਕਿੰਗ ਸਟ੍ਰॉਜ਼ ਟੂ ਸਿਪ ਦ ਨੈਕਟਰ ਅਪ। ਬਟਰਕਪ ਕੀ ਹੁੰਦਾ ਹੈ? ਇੱਕ ਫਲਾਰ ਹੁੰਦਾ ਆ। ਅਨਫੋਲਡ ਮਤਲਬ ਜਦੋਂ ਆਪਾਂ ਕਿਸ ਚੀਜ਼ ਨੂੰ ਓਪਨ ਕਰਦੇ ਹਾਂ। ਨੈਕਟਰ ਆ ਸਰਜਰੀ ਲਿਕੁਇਡ ਸੈਕਟਰ ਵਿਦ ਇਨ ਫਲਾਰ। ਫਲਾਵਰ ਦੇ ਵਿੱਚ ਇਹ ਜਿਹੜਾ ਹਿੱਸਾ ਹੁੰਦਾ ਹੈ ਜਿਹਦੇ ਉੱਪਰ ਆਪਾਂ ਨੂੰ ਰਸ ਮਿਲਦਾ ਆ, ਉਹਨਾਂ ਨੂੰ ਨੈਕਟਰ ਕਿਹਾ ਜਾਂਦਾ ਹੈ। ਅਤੇ ਜਿਹੜੀ ਬਟਰਫਲਾਈ ਦੀਆਂ ਇਹ ਪੰਖੁੜੀਆਂ ਨੇਗੀਆਂ, ਡੰਕ ਹੁੰਦੇ ਆ, ਉਹਨਾਂ ਨੂੰ ਕਿਹਾ ਜਾਂਦਾ ਹੈ ਸਟ੍ਰॉਜ਼। ਠੀਕ ਹੈ, ਸੋ ਯੂ ਮੇ ਸੀ ਅ ਬਟਰਫਲਾਈ। ਤੁਸੀਂ ਮੈਡੋਜ਼ ਦੇ ਵਿੱਚ ਬਟਰਫਲਾਈ ਨੂੰ ਦੇਖ ਸਕਦੇ ਹੋ। ਹੂ ਰੈਸਟ ਅਪੋਨ ਦਾ ਬਟਰ ਕੱਪ। ਬਟਰ ਕੱਪ ਕੀ ਹੁੰਦਾ ਹੈ? ਫਲਾਵਰ, ਜਿਹੜੀ ਕਿ ਫਲਾਵਰ ਦੇ ਉੱਪਰ ਬੈਠੀ ਹੋਵੇ। ਐਂਡ ਅਨਫੋਲਡ ਦਾ ਡਰਿੰਕਿੰਗ ਸਟ੍ਰॉਜ਼, ਅਤੇ ਆਪਣੀਆਂ ਡਰਿੰਕਿੰਗ ਸਟ੍ਰॉਜ਼ ਨੂੰ ਅਨਫੋਲਡ ਕਰਦੀ ਹੈ, ਬਾਹਰ ਕੱਢਦੀ ਆ। ਆਹ ਦੇਖੋ ਉਹਦੀਆਂ ਡਰਿੰਕਿੰਗ ਸਟ੍ਰॉਜ਼। ਟੂ ਸਿਪ ਦਾ ਨੈਕਟਰ ਅਪ, ਅਤੇ ਉਹ ਨੈਕਟਰ ਦੇ ਵਿੱਚੋਂ ਰਸ ਚੂਸਣ ਦੇ ਲਈ ਆਪਣੀਆਂ ਸਟ੍ਰॉਜ਼ ਨੂੰ ਖੋਲ੍ਹਦੀ ਹੈ ਅਤੇ ਉਹਦੇ ਵਿੱਚੋਂ ਰਸ ਚੂਸਦੀ ਹੈ। ਯੂ ਮੇ ਸਕੇਅਰ ਅ ਰੈਬਿਟ ਹੂ ਇਜ਼ ਸਿਟਿੰਗ ਵੈਰੀ ਸਟਿਲ ਥਰੂ ਅ though at first you may not see him, when he hop you will. ਹੋਰ ਆਪਾਂ ਮੈਡੋਜ਼ ਦੇ ਵਿੱਚ ਕੀ ਦੇਖਦੇ ਹਾਂ? ਰੈਬਿਟ। ਠੀਕ ਹੈ, ਰੈਬਿਟ ਦੇਖਦੇ ਹਾਂ। ਰੈਬਿਟ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਕੀ ਹੁੰਦਾ ਹੈ? ਇੱਕ ਖਰਗੋਸ਼। here is a picture of rabbit. here is a picture of rabbit. so ਇਹ ਤਾਂ ਤੁਸੀਂ ਸਾਰਿਆਂ ਨੇ ਵੇਖੀ ਹੋਈ ਆ। so let's do the meaning of difficult words. Scare ਕੀ ਹੁੰਦਾ ਹੈ? slightly terror, ਥੋੜ੍ਹਾ ਜਿਹਾ ਡਰ ਜਾਣਾ। ਨੈਕਸਟ ਹੈ still. still ਹੁੰਦਾ ਜਿਹੜੀ ਚੀਜ਼ ਮੂਵ ਨਾ ਕਰ ਰਹੀ ਹੋਵੇ, ਬਿਲਕੁਲ ਸਥਿਰ ਹੋਵੇ। ਨੈਕਸਟ ਹੈ hop. hop ਕੀ ਹੁੰਦਾ ਹੈ? ਕੁੱਦਣਾ, ਜੰਪ ਕਰਨਾ। ਅਤੇ ਜਿਹੜਾ ਰੈਬਿਟ ਹੈ ਉਹ ਹੌਪ ਕਰਦੇ ਕਰਦੇ ਹੀ ਚੱਲਦਾ ਹੈ ਨਾ। ਸੋ ਲੈਟਸ ਡੂ ਐਕਸਪਲੇਨੇਸ਼ਨ। ਯੂ ਮੇ ਸਕੇਅਰ ਅ ਰੈਬਿਟ, ਤੁਸੀਂ ਇੱਕ ਖਰਗੋਸ਼ ਨੂੰ ਡਰਾ ਸਕਦੇ ਹੋ। ਹੂ ਇਜ਼ ਸਿਟਿੰਗ ਵੈਰੀ ਸਟਿਲ, ਕਿ ਤੁਸੀਂ ਮੈਡੋਜ਼ ਦੇ ਵਿੱਚ ਗਏ ਹੋ, ਇੱਕ ਘਾਹ ਦੇ ਵਿੱਚ ਲੁਕਿਆ ਹੋਇਆ ਖਰਗੋਸ਼ ਬੈਠਾ ਹੈ, ਤੁਸੀਂ ਅਚਾਨਕ ਉਹਦੇ ਕੋਲ ਜਾਓਗੇ ਤਾਂ ਉਹ ਤੁਹਾਨੂੰ ਵੇਖ ਕੇ ਡਰ ਜਾਏਗਾ, ਕਿਉਂਕਿ ਤੁਹਾਨੂੰ ਪਹਿਲਾਂ ਨਹੀਂ ਪਤਾ ਚੱਲੇਗਾ ਕਿ ਘਾਹ ਦੇ ਨੀਚੇ ਛੁਪਿਆ ਹੋਇਆ ਰੈਬਿਟ ਬੈਠਾ ਹੈ। ਲੇਕਿਨ ਜਦੋਂ ਹੀ ਉਹ ਹੌਪ ਕਰੇਗਾ ਤਾਂ ਤੁਸੀਂ ਉਸ ਨੂੰ ਦੇਖ ਲਓਗੇ ਕਿ ਇੱਥੇ ਇੱਕ ਰੈਬਿਟ ਬੈਠਾ ਹੋਇਆ ਹੈ। ਨੈਕਸਟ, a dandelion whose
fuzzy head was golden days ago has turned to airy parachutes that flutters when you blow. Here is a dandelion and यहाँ पर आप ਤੁਸੀਂ ਵੇਖ ਸਕਦੇ ਹੋ ਕਿ ਉਹਦੇ ਜਿਹੜੇ ਪੱਤੇ ਨੇਗੇ ਉਹ ਹਵਾ ਆਉਣ ਦੇ ਨਾਲ ਉੱਡ ਰਹੇ ਨੇਗੇ। ਇਹ ਵਾਲੇ ਫਲਾਰ ਨਾਲ ਤੁਸੀਂ ਵੀ ਬਹੁਤ ਵਾਰ ਖੇਡਿਆ ਹੋਊਗਾ। ਬਹੁਤ ਸੋਹਣਾ ਵਾਈਟ ਕਲਰ ਦਾ ਫਲਾਰ ਹੁੰਦਾ ਆ। ਸੋ ਡਿਫੀਕਲਟ ਵਰਡਸ ਇਹ ਸਟੈਂਜ਼ਾ ਦੇ। ਫ੍ਰਿਜ਼ੀ ਕੀ ਹੁੰਦਾ? ਕਵਰਡ ਵਿਦ ਸਮੋਲ ਪੀਸਿਸ ਆਫ ਫਜ਼ ਮਟੀਰੀਅਲ, ਮਤਲਬ ਕਿ ਜਿਹੜਾ ਐਸਾ ਮਟੀਰੀਅਲ ਜਿਹਨੂੰ ਕਿ ਥੋੜ੍ਹੇ ਜਿਹੇ ਟੱਚ ਕਰਨ 'ਤੇ ਉਹ ਬਿਲਕੁਲ ਗਾਇਬ ਹੋ ਜਾਂਦਾ ਹੈ। ਫਲਟਰ ਹੁੰਦਾ ਫਲਾਈ ਐਂਡ ਬਲੋ ਕੀ ਹੁੰਦਾ? ਜਦੋਂ ਅਸੀਂ ਫੂਕ ਮਾਰਦੇ ਹਾਂ ਅਤੇ ਕੋਈ ਚੀਜ਼ ਵਿਜ਼ੀਬਲ ਨਹੀਂ ਰਹਿੰਦੀ, ਬਿਲਕੁਲ ਗਾਇਬ ਹੋ ਜਾਂਦੀ ਹੈ। A dandelion whose fizzy head was golden days ago। ਇਸ ਲੜਕੀ ਦੇ ਹੱਥ ਵਿੱਚ ਵੀ ਇੱਕ ਡੈਂਡਲਾਈਨ ਫਲਾਰ ਫੜਿਆ ਹੋਇਆ ਹੈ। ਕਹਿੰਦੇ ਕਿ ਇਹ ਵਾਲਾ ਡੈਂਡਲਾਈਨ ਫਲਾਰ ਜਿਹੜਾ ਆ ਜਿਹਦਾ ਫਿਜ਼ੀ ਹੈਡ ਹੁੰਦਾ ਆ ਉਹ ਵੀ ਕੁਛ ਦਿਨ ਪਹਿਲਾਂ ਗੋਲਡਨ ਕਲਰ ਦਾ ਸੀਗਾ। ਠੀਕ ਹੈ। ਹੈਜ਼ ਟਰਨ ਟੂ ਏਰੀ ਪੈਰਾਸ਼ੂਟ, ਲੇਕਿਨ ਹੁਣ ਉਹ ਕੀ ਬਣ ਗਿਆ ਆ? ਏਰੀ ਪੈਰਾਸ਼ੂਟ ਬਣ ਗਿਆ ਹੈ। ਦੈਟ ਫਲੈਟਰਸ ਵੈਨ ਯੂ ਬਲੋ, ਜਦੋਂ ਤੁਸੀਂ ਉਹਦੇ 'ਤੇ ਫੂਕ ਮਾਰਦੇ ਹੋ ਤਾਂ ਉਹ ਇੱਦਾਂ ਪੈਰਾਸ਼ੂਟ ਬਣ ਕੇ ਉਹਦੇ ਜਿਹੜੇ ਪੱਤੇ ਆ ਉਹ ਉਹਦੀ ਜਿਹੜੀਆਂ ਪੰਖੁੜੀਆਂ ਨੇ ਉਹ ਉੱਡ ਜਾਂਦੀਆਂ ਨੇ। Here is another picture of dandelion flower. You can see here is a parachute and it is also looking like a parachute। ਜਦੋਂ ਅਸੀਂ ਫੂਕ ਮਾਰ ਕੇ ਡੈਂਡਲਾਈਨ ਦੀਆਂ ਥੋੜ੍ਹੀਆਂ ਜਿਹੀਆਂ ਪੰਖੜੀਆਂ ਉਡਾ ਦਿੰਦੇ ਹਾਂ ਤਾਂ ਉਹ ਵੀ ਬਿਲਕੁਲ ਪੈਰਾਸ਼ੂਟ ਵਾਂਗ ਲੱਗਦੀਆਂ ਨੇ। Another picture you can see, here is a child has a dandelion tree and a very beautiful picture of nature which has dandelion flowers, a lot of dandelion flowers and looking very beautiful. So next stanza, explore the meadow house, the burrows in the ground, a nest beneath tall grasses, the ants amazing mount। Here you can see a hollow in the ground, ਜਿਹਦੇ ਵਿੱਚ ਕਿ ਬਹੁਤ ਸਾਰੀ ਐਨੀਮਲਸ ਰਹਿੰਦੇ ਨੇ ਜ਼ਮੀਨ ਦੇ ਅੰਦਰ ਘਰ ਬਣਾ ਕੇ। ਇੱਥੇ ਆ ਬਹੁਤ ਹੀ ਸੋਹਣਾ ਐਂਟਸ ਦੁਆਰਾ, ਕੀੜੀਆਂ ਦੁਆਰਾ ਬਣਾਇਆ ਹੋਇਆ ਮਾਊਂਟ, ਮਤਲਬ ਕਿ ਕੀੜੀਆਂ ਧਰਤੀ ਦੇ ਨੀਚੇ ਰਹਿੰਦੀਆਂ, ਉਹ ਮਿੱਟੀ ਪੱਟ ਕੇ ਆਸ-ਪਾਸ ਇੱਦਾਂ ਛੋਟਾ ਜਿਹਾ ਢੇਰ ਬਣਾ ਲੈਂਦੀਆਂ, ਇਹਨੂੰ ਇੱਕ ਮਾਊਂਟ ਕਿਹਾ ਜਾਂਦਾ ਹੈ। ਓਕੇ, ਸੋ ਐਕਸਪਲੇਨੇਸ਼ਨ ਦੇਖੋ। ਐਕਸਪਲੋਰ ਦਾ ਮੈਡੋਜ਼ ਹਾਊਸ, ਕਿ ਤੁਸੀਂ ਇੱਦਾਂ ਹੀ ਅਗਰ ਗ੍ਰਾਸਲੈਂਡਸ ਨੂੰ ਐਕਸਪਲੋਰ ਕਰਦੇ ਰਹੋਗੇ ਤਾਂ ਬਾਰੋ ਇਨ ਦ ਗਰਾਊਂਡ ਤੁਹਾਨੂੰ ਕੀ ਮਿਲਣਗੇ? ਛੋਟੇ ਛੋਟੇ ਹੋਲਸ ਮਿਲਣਗੇ ਧਰਤੀ ਦੇ ਅੰਦਰ। ਦ ਨੈਸਟ ਬਿਨੇਥ ਔਰ ਟਾਲ ਗ੍ਰਾਸਿਸ, ਬਹੁਤ ਵੱਡੀਆਂ ਜਿਹੜੀਆਂ ਦਰੱਖਤ ਹੁੰਦੇ ਨੇ ਉਹਨਾਂ ਦੇ ਵਿੱਚ ਛੋਟੇ ਛੋਟੇ ਨੈਸਟਸ ਬਣੇ ਹੋਏ ਦਿਖਣਗੇ, ਜਾਂ ਫਿਰ ਤੁਹਾਨੂੰ ਗਰਾਊਂਡ ਦੇ ਉੱਪਰ ਕੀੜੀਆਂ ਦੁਆਰਾ ਬਣਾਏ ਹੋਏ ਇੱਦਾਂ ਦੇ ਮਾਊਂਟਸ ਦਿਖ ਸਕਦੇ ਆ। ਠੀਕ ਹੈ। So next our last stanza, all meadows have surprises and many things to tell, you may discover these yourself if you look and listen well। so ਇਸ ਪੁਆਇੰਟ ਨੂੰ ਪੜ੍ਹ ਕੇ ਸਾਨੂੰ ਕੀ ਪਤਾ ਚੱਲਿਆ ਕਿ ਮੈਡੋਜ਼ ਦੇ ਕੋਲ ਬਹੁਤ ਸਾਰੇ ਸਰਪ੍ਰਾਈਜ਼ਸ ਹੁੰਦੇ ਨੇ ਜਿਹੜੀ ਕਿ ਉਹ ਤੁਹਾਨੂੰ ਸਮੇਂ ਟੂ ਸਮੇਂ ਸੁਣਾਉਂਦੀਆਂ ਰਹਿੰਦੀਆਂ ਨੇ, ਟੈਲ ਕਰਦੀਆਂ ਰਹਿੰਦੀਆਂ ਨੇ। ਯੂ ਮੇ ਡਿਸਕਵਰ, ਤੁਸੀਂ ਵੀ ਇਹਨਾਂ ਨੂੰ ਖੋਜ ਸਕਦੇ ਹੋ, ਯੂਅਰ ਸੈਲਫ, ਆਪਣੇ ਆਪ। ਇਫ ਯੂ ਲੁੱਕ ਐਂਡ ਲਿਸਨ ਵੈਲ, ਜੇਕਰ ਤੁਸੀਂ ਵੀ ਇਹਨਾਂ ਨੂੰ ਧਿਆਨ ਨਾਲ ਵੇਖੋ ਜਾਂ ਫਿਰ ਧਿਆਨ ਨਾਲ ਸੁਣੋ। ਸੋ ਹੇਅਰ ਇਜ਼ ਅ ਸਮਰੀ ਆਫ ਦਿਸ। A meadow reveals many wonderful things. It has surprises but could be seen only if you look carefully। ਮੈਡੋਜ਼ ਦੇ ਕੋਲ, ਕੁਦਰਤ ਦੇ ਕੋਲ ਬਹੁਤ ਸਾਰੇ ਸਰਪ੍ਰਾਈਜ਼ਸ ਹੁੰਦੇ ਨੇਗੇ ਜਿਨ੍ਹਾਂ ਨੂੰ ਤੁਸੀਂ ਬਹੁਤ ਹੀ ਧਿਆਨ ਨਾਲ ਵੇਖਣ 'ਤੇ ਓਬਜ਼ਰਵ ਕਰ ਸਕਦੇ ਹੋ। ਯੂ ਵਿਲ ਫਾਈਂਡ ਗ੍ਰਾਸ ਐਜ਼ ਕੋਜ਼ੀ ਐਜ਼ ਵੈਲਵਟ, ਤੁਸੀਂ ਜਿਹੜੀ ਘਾਹ ਆ ਉਹਦੇ ਉੱਪਰ ਅਗਰ ਨੰਗੇ ਪੈਰੀ ਚੱਲਦੇ ਹੋ ਤੁਹਾਨੂੰ ਬਿਲਕੁਲ ਵੈਲਵਟ ਦੀ ਤਰ੍ਹਾਂ ਫੀਲ ਹੁੰਦਾ ਆ। ਦੇਅਰ ਵਿਲ ਬੀ ਫਲਾਵਰਸ ਐਂਡ ਬਟਰਫਲਾਈਜ਼ ਡਰਿੰਕਿੰਗ ਨੈਕਟਰ ਫਰੋਮ them। ਬਹੁਤ ਸਾਰੇ ਫਲਾਵਰਸ ਦਿਖਦੇ ਆ ਜਿਹਦੇ ਉੱਪਰ ਬਹੁਤ ਸਾਰੀਆਂ ਬਟਰਫਲਾਈਜ਼ ਬੈਠੀਆਂ ਹੁੰਦੀਆਂ ਨੇ ਅਤੇ ਉਹਦੇ ਤੋਂ ਉਹ ਅੰਮ੍ਰਿਤ ਪੀ ਰਹੀਆਂ ਹੁੰਦੀਆਂ ਨੇ। ਯੂ ਮੇ ਸੀ a rabbit hopping around। Above all you will find wild flowers, plants like the dandelion, these are burrow in the ground which has houses certain animals। In fact the meadows are full of surprises
who knows how to see and listen will discover them himself. So ਹੋਰ ਕੀ ਹੁੰਦਾ ਹੈ, ਰੈਬਿਟਸ ਹੁੰਦੇ ਨੇ ਜਿਹੜੇ ਕਿ ਉੱਥੇ ਹੌਪ ਕਰ ਰਹੇ ਹੁੰਦੇ ਨੇ ਗਾਰਡਨਸ ਦੇ ਵਿੱਚ, ਡੈਂਡਲਾਈਨ ਫਲਾਵਰਸ ਹੁੰਦੇ ਨੇਗੇ, ਇਸ ਤੋਂ ਇਲਾਵਾ ਹੋਰ ਵੀ ਕਾਫੀ ਸਾਰੇ ਫਲਾਵਰਸ ਹੁੰਦੇ ਨੇ, ਅਤੇ ਧਰਤੀ ਦੇ ਵਿੱਚ ਬਹੁਤ ਸਾਰੇ ਹੋਲਸ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਐਨੀਮਲਸ ਰਹਿੰਦੇ ਨੇ, ਅਤੇ ਮੈਡੋਜ਼ ਦੇ ਵਿੱਚ ਹੋਰ ਵੀ ਬਹੁਤ ਸਾਰੇ ਸਰਪ੍ਰਾਈਜ਼ਸ ਹੁੰਦੇ ਨੇ। ਅਗਰ ਤੁਸੀਂ ਕੇਅਰਫੁਲੀ ਇਹਨਾਂ ਨੂੰ ਵੇਖਦੇ ਹੋ, ਸੁਣਦੇ ਹੋ, ਤਾਂ ਆਪਣੇ ਆਪ ਤੁਸੀਂ ਇਹਨਾਂ ਨੂੰ ਡਿਸਕਵਰ ਕਰ ਸਕਦੇ ਹੋ। So I hope you like this poem. Thank you very much.